Hello students, I am Sandeep Kaur. I am from Government Girls Senior Secondary School Fatehgarh Chudiya. I am here lecturer in chemistry. I am going to discuss the topic extraction of copper, and this is taken from the chapter General Principles and Processes of Isolation of Elements. Now students, let's do the topic. Now the occurrence of copper. Copper ਸਾਨੂੰ ਕਿੱਥੋਂ ਪ੍ਰਾਪਤ ਹੁੰਦਾ ਆ ਕਾਪਰ ਜਿਹੜਾ ਆ abundantly ਬਹੁਤਾ ਜ਼ਿਆਦਾ ਸਾਨੂੰ ਪ੍ਰਾਪਤ ਨਹੀਂ ਹੁੰਦਾ ਧਰਤੀ ਦੇ ਵਿੱਚੋਂ ਇਹ ਸਾਨੂੰ 1 × 10⁻⁴ -4% ਜਿਹੜਾ ਅਰਥ ਦੀ ਕਰਸਟ ਤੋਂ ਮਿਲਦਾ ਆ ਇਹ ਸਾਨੂੰ ਨੇਟਿਵ ਅਤੇ ਕੰਬਾਈਨਡ ਸਟੇਟ ਦੋਨਾਂ ਰੂਪਾਂ ਦੇ ਵਿੱਚ ਮਿਲਦਾ ਆ ਕਾਪਰ ਜਿਹੜਾ ਹੈਗਾ ਆ ਇਸ ਦੇ ਕਿਹੜੇ ਓਰਸ ਆ ਓਰ ਤੋਂ ਤਾਂ ਤੁਸੀਂ ਬੱਚੋ ਵਾਕਿਫ ਹੀ ਹੋਵੋਗੇ ਓਰ ਜਿਹੜਾ ਹੈਗਾ ਓਰ ਦੈਟ ਇਜ਼ ਅ ਮਿਨਰਲ ਜਿਹਨੂੰ ਅਸੀਂ ਕਿ ਇਕਨੋਮਿਕਲੀ ਐਂਡ ਕਨਵੀਨੀਐਂਟਲੀ ਅਸੀਂ ਉਹਦੇ ਵਿੱਚੋਂ ਮੈਟਲ ਨੂੰ ਐਕਸਟਰੈਕਟ ਕਰਦੇ ਹਾਂ ਇਸ ਦੇ ਵਿੱਚ ਕਾਪਰ ਮੈਟਲ ਨੂੰ ਐਕਸਟਰੈਕਟ ਕਰਾਂਗੇ ਇਸ ਦੇ ਓਰਸ ਕਿਹੜੇ ਆ ਕਾਪਰ ਗਲਾਂਸ Cu2s, copper pyrite CuFeS2, malachite CuOH2, copper hydroxide, copper carbonate, cuprite ruby copper ਵੀ ਇਹਨੂੰ ਬੋਲਦੇ ਆ cuprous oxide, azurite, copper carbonate and copper hydroxide। ਹੁਣ ਕਾਪਰ ਜਿਹੜਾ ਹੈਗਾ ਆ ਇਹ ਸੰਸਾਰ ਦੇ ਵਿੱਚ ਵਰਲਡ ਦੇ ਵਿੱਚ ਕੰਟਰੀਜ਼ ਦੇ ਵਿੱਚ ਕਿੱਥੋਂ ਮਿਲਦਾ ਹੈਗਾ ਚਾਈਨਾ ਮੈਕਸੀਕੋ USA ਐਂਡ ਰਸ਼ੀਆ ਜੇ ਅਸੀਂ ਭਾਰਤ ਦੀ ਗੱਲ ਕਰੀਏ ਤੇ ਕਾਪਰ ਸਾਨੂੰ ਬਿਹਾਰ ਅਤੇ ਰਾਜਸਥਾਨ ਦੇ ਵਿੱਚੋਂ ਮਿਲਦਾ ਹੈ ਬਿਹਾਰ ਦੇ ਵਿੱਚੋਂ ਸਿੰਗਭੂਮ ਇਲਾਕਾ ਅਤੇ ਰਾਜਸਥਾਨ ਦੇ ਵਿੱਚ ਖੇਤਰੀ ਇਲਾਕੇ ਦੇ ਵਿੱਚੋਂ ਸਾਨੂੰ ਕਾਪਰ ਪ੍ਰਾਪਤ ਹੁੰਦਾ ਹੈ next is this is the picture of ores of copper first is the copper glance Cg2s next is copper pyrite CuFeS2 next malachite copper hydroxide copper carbonate next cuprite which is cuprous oxide and next azurite copper carbonate and copper hydroxide in which copper carbonate molecule 2 next is the extraction of copper now ਜਿਹੜਾ ਕਾਪਰ ਹੈਗਾ ਬੇਟਾ ਇਹ ਨੇਟਿਵ ਕਾਪਰ ਐਕਸਟ੍ਰੀਮਲੀ ਪਿਓਰ ਫਾਰਮ ਹੁੰਦੀ ਕਾਪਰ ਦੀ ਇਹ ਸਿਰਫ ਇੱਕੋ ਹੀ ਥਾਂ ਤੇ ਮਿਲਦਾ ਆ ਅਮਰੀਕਾ ਦੇ ਵਿੱਚ ਲੇਕ ਸੁਪੀਰੀਅਰ ਦੇ ਲਾਗੇ ਮਿਲਦਾ ਵਾ ਤੇ ਇਹ ਆਮ ਤੌਰ ਤੇ ਜਿਹੜਾ ਕਾਪਰ ਹੈਗਾ ਆ ਨਾ ਬੇਟਾ ਇਹ ਅਸੀਂ ਮੇਨਲੀ ਕਾਪਰ ਪਾਈਰਾਈਟ ਦੇ ਵਿੱਚੋਂ ਐਕਸਟ੍ਰੈਕਟ ਕਰਦੇ ਆ CuFeS2 ਦੇ ਵਿੱਚੋਂ ਇਹਦੇ ਵਿੱਚ ਜਿਹੜਾ ਹੈਗੀ ਨਾ ਇੰਪਿਓਰਿਟੀਜ਼ ਕਿਹੜੀਆਂ ਪਈਆਂ ਹੁੰਦੀਆਂ ਇੱਕ ਤਾਂ ਆਇਰਨ ਸਲਫਾਈਡ ਦੇ ਰੂਪ 'ਚ ਇੰਪਿਓਰਿਟੀ ਪਈ ਹੁੰਦੀ ਆ ਦੂਸਰੀਆਂ ਇੰਪਿਓਰਿਟੀਜ਼ ਵਿੱਚ ਆਰਸੈਨਿਕ ਐਂਟੀਮਨੀ ਸਿਲੇਰੀਅਮ ਟੈਲੂਰੀਅਮ ਸਿਲਵਰ ਗੋਲਡ ਐਂਡ ਪਲੈਟੀਨਮ ਦੇ ਰੂਪ ਦੇ ਵਿੱਚ ਮੌਜੂਦ ਹੁੰਦੀਆਂ ਨਾਓ ਸਟੈਪਸ ਇਨਵੋਲਵਡ ਇਨ ਦ ਐਕਸਟ੍ਰੈਕਸ਼ਨ ਸਭ ਤੋਂ ਪਹਿਲਾਂ ਕ੍ਰਸ਼ਿੰਗ ਐਂਡ ਕੰਸੈਂਟ੍ਰੇਸ਼ਨ ਜਿਹੜਾ ਓਰ ਹੁੰਦਾ ਬੇਟਾ ਉਹਨੂੰ ਪਹਿਲਾਂ ਇਸ ਮਸ਼ੀਨ ਜਿਹੜੀ ਜਾ ਕ੍ਰਸ਼ਰ ਮਸ਼ੀਨ ਆ ਇਹਦੇ ਵਿੱਚ ਉੱਪਰੋਂ ਦੀ ਇੱਥੋਂ ਦੀ ਪਾ ਕੇ ਤੇ ਇਹਨੂੰ ਕ੍ਰਸ਼ ਕੀਤਾ ਜਾਂਦਾ ਹੈ ਐਂਡ ਇਹਨੂੰ ਪਾਊਡਰ ਫਾਰਮ ਦੇ ਵਿੱਚ ਲੈ ਕੇ ਆਇਆ ਜਾਂਦਾ ਹੈ ਉਸ ਤੋਂ ਬਾਅਦ ਇਹਨੂੰ ਫਰੋਥ ਫਲੋਟੇਸ਼ਨ ਪ੍ਰੋਸੈਸ ਦੇ ਵਿੱਚ ਇਸ ਦੀ ਮਤਲਬ ਫਰੋਥ ਬਣਾਈ ਜਾਂਦੀ ਹੈ ਇਹਦੇ ਵਿੱਚ ਇਸ ਨੂੰ ਅਸੀਂ ਫਾਈਨਲੀ ਪਾਊਡਰ ਜਿਹੜਾ ਓਰ ਆ ਉਹਨੂੰ ਪਾਣੀ ਦੇ ਨਾਲ ਮਿਕਸ ਕਰਦੇ ਆ ਤੇ ਵਿੱਚ ਅਸੀਂ ਪਾਈਨ ਆਇਲ ਪਾਉਂਦੇ ਆ ਠੀਕ ਹੈ ਪਾਈਨ ਆਇਲ ਜਿਹੜਾ ਹੈਗਾ ਆ ਉਹ ਪਾਈਨ ਆਇਲ ਦੀ ਜਗ੍ਹਾ ਤੇ ਅਸੀਂ ਯੂਕਲਿਪਟਸ ਆਇਲ ਜਾਂ ਇਸ ਵਿੱਚ ਜ਼ੈਂਥੇਟਸ ਜਾਂ ਫੈਟੀ ਐਸਿਡਸ ਵੀ ਅਸੀਂ ਪਾ ਸਕਦੇ ਆ ਇਹ ਮੇਨਲੀ ਮਤਲਬ ਸਟੇਬਲਾਈਜ਼ਰ ਦਾ ਕੰਮ ਕਰਦਾ ਹੈ ਜਿਹੜਾ ਕਿ ਫਰੋਥ ਜ਼ਿਆਦਾ ਬਣਾਉਂਦਾ ਹੈ ਦ ਮਿਕਸਚਰ ਇਜ਼ ਇਹਦੇ 'ਚ ਇਹਨਾਂ ਦੀਆਂ ਵੈਟੇਬਿਲਿਟੀ ਪ੍ਰੋਪਰਟੀਜ਼ ਵੱਖਰੀਆਂ ਹੁੰਦੀਆਂ ਆ ਔਰ ਜਿਹੜਾ ਹੈਗਾ ਆ ਉਹ ਪਾਈਨ ਆਇਲ ਦੇ ਨਾਲ ਵੈਟ ਹੋਏਗਾ ਅਤੇ ਜਿਹੜੀਆਂ ਦੂਜੀਆਂ ਇੰਪਿਓਰਿਟੀਜ਼ ਹੈਗੀਆਂ ਆ ਜਿਹੜੀਆਂ ਗੈਂਗ ਹੈਗਾ ਉਹ ਵਾਟਰ ਦੇ ਨਾਲ ਜਿਹੜਾ ਗਿੱਲਾ ਹੋਏਗਾ ਵੈਟ ਹੋਏਗਾ ਅਤੇ ਜਿਹੜੇ ਮਿਕਸਚਰ ਨੂੰ ਅਸੀਂ ਐਜੀਟੇਟ ਕਰਦੇ ਹਾਂ ਇੱਥੇ ਬਾਈ ਬਲੋਇੰਗ ਕੰਪਰੈਸਡ ਏਅਰ ਇਨਟੂ ਇਟ ਦਾ ਪਾਰਟੀਕਲਸ ਔਰ ਜਿਹੜੇ ਹੈਗੇ ਆ ਓਰ ਦੇ ਪਾਰਟੀਕਲਸ ਆ ਉਹ ਵੈਟ ਹੋ ਕੇ ਸਰਫੇਸ ਦੇ ਉੱਪਰ ਫਲੋਟ ਕਰਨਗੇ ਆ ਜਾਣਗੇ ਰਾਈਜ਼ ਕਰ ਜਾਣਗੇ ਅਤੇ ਫੋਮ ਦੇ ਰੂਪ ਦੇ ਵਿੱਚ ਸਾਨੂੰ ਮਿਲ ਜਾਣਗੇ ਅਤੇ ਇਸ ਫੋਮ ਨੂੰ ਸਕਿਮ ਆਫ ਕਰ ਲਿਆ ਜਾਂਦਾ ਹੈ ਵੱਖਰੇ ਕੰਟੇਨਰ ਦੇ ਵਿੱਚ ਤੇ ਨੈਕਸਟ ਜਿਹੜੀਆਂ ਸਿਲੀਸ਼ੀਅਸ ਮਤਲਬ ਰੇਤੀਲੀਆਂ ਰੇਤ ਵਾਲੀਆਂ ਜਾਂ ਅਰਦੀ ਮਿੱਟੀ ਵਾਲੀਆਂ ਇੰਪਿਓਰਿਟੀਜ਼ ਆ ਉਹ ਪਾਣੀ ਦੇ ਨਾਲ ਗਿੱਲੀਆਂ ਹੋ ਜਾਣਗੀਆਂ ਅਤੇ ਉਹ ਸਿੰਕ ਦੇ ਵਿੱਚ ਨੀਚੇ ਬਾਟਮ ਦੇ ਟੈਂਕ ਦੇ ਵਿੱਚ ਸਾਨੂੰ ਪ੍ਰਾਪਤ ਹੋ ਜਾਣਗੀਆਂ ਨੈਕਸਟ ਸਟੈਪ ਇਜ਼ ਰੋਸਟਿੰਗ ਦੇ ਵਿੱਚ ਬੇਟਾ ਜਿਹੜਾ ਓਰ ਹੈਗਾ ਉਹ ਸਾਨੂੰ ਵੈਟ ਰੂਪ 'ਚ ਪ੍ਰਾਪਤ ਹੋ ਜਾਂਦਾ ਹੈ ਗਿੱਲਾ ਹੁੰਦਾ ਹੈ ਅਤੇ ਉਸਨੂੰ ਅਸੀਂ ਰੋਸਟ ਕਰਦੇ ਹਾਂ ਇਨ ਦ ਐਕਸੈਸ ਏਅਰ ਆਕਸੀਜਨ ਜਿਹੜਾ ਹੈਗਾ ਆ ਉਹ ਉਹਦੇ ਨਾਲ ਮਿਲ ਕੇ ਮਤਲਬ ਇਸ ਵਿੱਚ ਅਸੀਂ ਇਹਨੂੰ ਕਾਫੀ ਹੀਟ ਕਰਦੇ ਹਾਂ ਸਟਰੋਂਗਲੀ ਇਨ ਦ ਪ੍ਰੈਜ਼ੈਂਸ ਆਫ ਐਕਸੈਸ ਏਅਰ ਦਿਸ ਇਜ਼ ਅ ਰੈਵਰਬਰੇਟਰੀ ਫਰਨੇਸ ਇਹਦੇ ਵਿੱਚ ਪਹਿਲਾਂ ਤਾਂ ਕੀ ਹੁੰਦਾ ਹੈ ਕਿ ਮੋਇਸਚਰ ਸਾਰਾ ਜਿਹੜਾ ਇਵੈਪੋਰੇਟ ਹੋ ਜਾਏਗਾ ਗਰਮ ਏਅਰ ਦੇ ਨਾਲ ਤੇ ਉਸ ਤੋਂ ਬਾਅਦ ਜਿਹੜੀਆਂ ਇੰਪਿਓਰਿਟੀਜ਼ ਆ ਕੁਝ ਸਲਫਰ ਆਰਸੈਨਿਕ ਐਂਟੀਮਨੀ ਤੇ ਫਾਸਫੋਰਸ ਦੀਆਂ ਜਿਹੜੀਆਂ ਇੰਪਿਓਰਿਟੀਜ਼ ਆ ਉਹ ਵੋਲੇਟਾਈਲ ਆਕਸਾਈਡਸ ਦੇ ਰੂਪ ਦੇ ਵਿੱਚ ਇਵੈਪੋਰੇਟ ਹੋ ਜਾਂਦੀਆਂ
जिमें कि फास्फोरस जिहड़ी इंप्योरिटी है बेटा, फास्फोरस ऑक्सीजन नाल मिल के, फास्फोरस विल रिएक्ट विद ऑक्सीजन, पहला लिख लो सल्फर जिहड़ी ऑक्सीजन नाल रिएक्ट करके सल्फर डाइऑक्साइड बनाएगी। नैक्सट फास्फोरस जिहड़ी हैगी आ ऑक्सीजन नाल रिएक्ट करके फास्फोरस पेंटाऑक्साइड इंप्योरिटी बना गई जिहड़ी कि वोलेटाइल है, इवैपोरेट हो जाएगी। नैक्सट आर्सैनिक जिहड़ी है ऑक्सीजन नाल रिएक्ट करके AS2O3, ये भी वोलेटाइल इंप्योरिटी है, AS2O3। नेक्स्ट एंटीमनी प्लस O2 gives Sp2O3। इंप्योरिटीज जिहड़ियां बेटा वोलेटाइल हैगियां, ये मतलब इवैपोरेट हो जाणगियां। नैक्सट जिहड़ा कॉपर पाइराइट है, नैक्सट जिहड़ा कॉपर पाइराइट है ये ऑक्सीजन दे नाल रिएक्शन करके मतलब आयरन सल्फाइड एंड कॉपर सल्फाइड, सुपर सल्फाइड एंड सल्फर डाइऑक्साइड गैस दे विच जिहड़ा कन्वर्ट हो जाएगा। तो इहदा असीं रिएक्शन लिखांगे CuFeS2 plus O2 gives Cu2S plus FeS plus सल्फर डाइऑक्साइड। नैक्सट जिहड़ा साडा क्यूपर सल्फाइड है बेटा, ये फिर जां फेरस सल्फाइड जिहड़ा हैगा आ, ये फिर ऑक्सीजन दे नाल रिएक्ट करके इट विल कन्वर्ट इनटू फेरस FeO प्लस सल्फर डाइऑक्साइड। नैक्सट जिहड़ा साडा हैगा क्यूपरस सल्फाइड जिहड़ा हैगा, ये भी ऑक्सीजन दे नाल रिएक्शन करके क्यूपरस ऑक्साइड प्लस सल्फर डाइऑक्साइड गैस दे विच कन्वर्ट हो जाएगा। नैक्सट ਸਮੈਲਟਿੰਗ, ਨੈਕਸਟ ਸਟੈਪ ਇਜ਼ ਸਮੈਲਟਿੰਗ। ਸਮੈਲਟਿੰਗ ਦੇ ਵਿੱਚ ਅਸੀਂ ਜਿਹੜਾ ਰੋਸਟਡ ਓਰ ਆ ਬੇਟਾ ਉਹਨੂੰ ਅਸੀਂ ਮਿਕਸ ਕਰਦੇ ਹਾਂ ਕੁਝ ਪਾਊਡਰਡ ਕੋਕ ਦੇ ਨਾਲ, ਕਿਉਂਕਿ ਕੋਕ ਇਜ਼ ਅ ਰਿਡਿਊਸਿੰਗ ਏਜੰਟ। ਸੋ ਅਸੀਂ ਇਹਨੂੰ ਕੁਝ ਓਰ ਨੂੰ ਨਾਲ ਦੀ ਨਾਲ ਉਹਦੇ ਵਿੱਚ ਸੈਂਡ ਪਾਉਂਦੇ ਹਾਂ। ਸੈਂਡ ਇਜ਼ ਦਾ ਪਿਓਰੀਫਾਈਂਗ ਏਜੰਟ ਵਿਚ ਇਜ਼ ਐਕਟਿੰਗ ਐਜ਼ ਏ ਫਲਕਸ। ਸੋ ਸੈਂਡ ਇਜ਼ ਰਿਟਨ ਐਜ਼ ਸਿਲੀਕੋਨ ਡਾਈਆਕਸਾਈਡ SiO2। ਇਹਨੂੰ ਅਸੀਂ ਸਟਰੋਂਗਲੀ ਹੀਟ ਕਰਾਂਗੇ ਬਲਾਸਟ ਫਰਨੇਸ ਦੇ ਵਿੱਚ। ਇਹ ਬਲਾਸਟ ਫਰਨੇਸ ਜਿਹੜੀ ਆ ਇਹ ਜਿਹੜੀ ਇੱਕ ਕਾਹਦੀ ਬਣੀ ਹੁੰਦੀ ਹੈ, ਸਟੀਲ ਦੀ ਬਣੀ ਹੈਗੀ ਆ ਬੇਟਾ, ਤੇ ਇਹਦੇ ਅੰਦਰ ਜਿਹੜੀ ਲਾਈਨਿੰਗ ਹੈਗੀ ਆ ਨਾ ਉਹ ਫਾਇਰ ਬ੍ਰਿਕਸ ਦੀ ਹੋਈ ਹੁੰਦੀ ਆ। ਇਸ ਬਲਾਸਟ ਫਰਨੇਸ ਦੇ ਵਿੱਚ ਨਾ ਹੌਟ ਏਅਰ ਇੰਟਰੋਡਿਊਸ ਕੀਤੀ ਜਾਂਦੀ ਆ ਨੀਚੇ ਵਾਲੇ ਪਾਰਟ ਤੋਂ, ਲੋਅਰ ਪਾਰਟ ਦੇ ਵਿੱਚੋਂ, ਤੇ ਉਹਦੇ ਨਾਲ ਕੁਝ ਚੇਂਜਿਸ ਹੁੰਦੀਆਂ ਆ ਜਿਹੜੀਆਂ ਕਿ ਮੋਸਟ ਜ਼ਿਆਦਾਤਰ ਜਿਹੜਾ ਫੈਰਸ ਸਲਫਾਈਡ ਹੈਗਾ ਆ ਉਹ ਆਕਸੀਡਾਈਜ਼ ਹੋ ਜਾਏਗਾ ਫੈਰਸ ਆਕਸਾਈਡ ਦੇ ਵਿੱਚ। ਤੇ ਉਸ ਤੋਂ ਬਾਅਦ ਜਿਹੜੀ ਸਿਲੀਕਨ ਡਾਈਆਕਸਾਈਡ ਆ ਜਿਹੜਾ ਪਿਓਰੀਫਾਈਂਗ ਏਜੰਟ ਆ ਜਿਹਨੂੰ ਅਸੀਂ ਫਲਕਸ ਬੋਲਦੇ ਆ, ਉਹਦੇ ਨਾਲ ਮਿਲ ਕੇ ਫਿਊਜ਼ੀਬਲ ਸਲੈਗ ਬਣਾਏਗਾ ਜਿਹਨੂੰ ਅਸੀਂ ਬੋਲਦੇ ਆ FeSiO3। ਕੁਝ ਰਿਐਕਸ਼ਨਸ ਵਿੱਚ ਹੋ ਗਏ। ਪਹਿਲਾਂ ਫੈਰਸ ਸਲਫਾਈਡ ਜਿਹੜਾ ਹੈਗਾ ਉਹ ਆਕਸੀਡੇਸ਼ਨ ਹੋਏਗੀ ਉਹਦੀ, तो वो आयरन ऑक्साइड ਦੇ ਵਿੱਚ ਕਨਵਰਟ ਹੋ ਗਿਆ ਪਲੱਸ ਸਲਫਰ ਡਾਈਆਕਸਾਈਡ ਗੈਸ। ਨਾਓ ਦਿਸ FeO ਜਿਹੜਾ ਹੈਗਾ ਉਹ ਸਿਲੀਕਨ ਡਾਈਆਕਸਾਈਡ ਵਿਚ ਇਜ਼ ਐਕਟਿੰਗ ਐਜ਼ ਅ ਫਲਕਸ, ਇਹਦੇ ਨਾਲ ਮਿਲ ਕੇ ਫੈਰਸ ਸਿਲੀਕੇਟ ਬਣਾਏਗਾ ਜਿਸ ਨੂੰ ਅਸੀਂ ਸਲੈਗ ਬੋਲਦੇ ਹਾਂ SiO3। Now SiO2 is flux and this is slag. ਇਹ ਜਿਹੜਾ ਸਲੈਗ ਹੈ ਨਾ ਬੇਟਾ ਇਹਨੂੰ ਅਸੀਂ ਇੱਕ ਟੈਪ ਹੋਲ ਦੇ ਨਾਲ ਮਤਲਬ ਨੀਚੇ ਇੱਕ ਹੋਲ ਬਣੀ ਹੁੰਦੀ ਆ ਉਹਦੇ ਤੋਂ ਅਸੀਂ ਇਹਨੂੰ ਬਾਹਰ ਕੱਢ ਲੈਂਦੇ ਆ ਟਾਈਮ ਟੂ ਟਾਈਮ, ਕਿਉਂਕਿ ਸਾਡਾ ਸਲੈਗ ਬਣਦਾ ਜਾਂਦਾ ਆ। ਜਿਉਂ ਫੈਰਸ ਸਲਫਾਈਡ ਜਿਹੜਾ ਹੈਗਾ ਆਕਸੀਜਨ ਦੇ ਨਾਲ ਰਿਐਕਟ ਕਰੇਗਾ ਉਹ ਆਇਰਨ ਆਕਸਾਈਡ ਵਿੱਚ ਕਨਵਰਟ ਹੋ ਜਾਏਗਾ। ਆਇਰਨ ਆਕਸਾਈਡ ਫਿਰ ਦੁਬਾਰਾ ਸਿਲੀਕਨ ਡਾਈਆਕਸਾਈਡ ਨਾਲ ਰਿਐਕਟ ਕਰਕੇ ਤਾਂ ਸਾਡੇ ਕੋਲ ਸਲੈਗ ਬਣਾਏਗੀ। ਦਿਸ ਵਿਲ ਹੈਪਨ ਟਾਈਮ ਟੂ ਟਾਈਮ ਤੇ ਇਸ ਤਰ੍ਹਾਂ ਅਸੀਂ ਇਸ ਹੋਲ ਦੇ ਵਿੱਚੋਂ ਸਲੈਗ ਜਿਹੜਾ ਉਹ ਬਾਹਰ ਕੱਢ ਲੈਂਦੇ ਆ। ਡਿਊਰਿੰਗ ਰੋਸਟਿੰਗ ਬਲਾਸਟ ਫਰਨੇਸ ਜਿਹੜਾ ਹੈਗਾ ਆ ਉਹਦੇ 'ਚ ਜਿਹੜਾ ਕਾਪਰ ਆਕਸਾਈਡ ਹੈਗਾ Cu2S ਕਿਊਪਰਸ ਸਲਫਾਈਡ ਜਿਹੜਾ ਹੈਗਾ ਉਹ ਆਕਸੀਜਨ ਨਾਲ ਰਿਐਕਸ਼ਨ ਕਰਕੇ ਕਿਊਪਰਸ ਆਕਸਾਈਡ ਬਣਾਏਗਾ। ਇਟ ਕੰਬਾਈਨਸ ਵਿਦ ਫੈਰਸ ਸਲਫਾਈਡ ਐਂਡ ਇਜ਼ ਚੇਂਜਡ ਬੈਕ ਇਨਟੂ ਇਟਸ ਸਲਫਾਈਡ। ਫੈਰਸ ਆਕਸਾਈਡ thus formed again combined with silica to form more slag. ਕਿਊਪਰਸ ਸਲਫਾਈਡ ਜਿਹੜਾ ਹੈਗਾ ਆਕਸੀਜਨ ਨਾਲ ਰਿਐਕਟ ਕਰਦਾ ਆ ਤੇ ਕਿਊਪਰਸ ਆਕਸਾਈਡ ਬਣਾਏਗਾ ਤੇ ਨਾਲ ਸਲਫਰ ਡਾਈਆਕਸਾਈਡ ਗੈਸ ਬਣਾਏਗਾ।
ਹੁਣ ਜਿਹੜਾ ਇਹ ਬੜਾ क्यूपरस ऑक्साइड ਬਣਿਆ ਹੈ ਨਾ, ਇਹ ਵਾਲਾ क्यूपरस ऑक्साइड जो ਬਣਿਆ ਹੈਗਾ, ਇਹਨੇ ਫਿਰ ਦੁਬਾਰਾ ਫੈਰਸ ਸਲਫਾਈਡ ਨੂੰ ਫਿਰ ਕਾਹਦੇ ਵਿੱਚ ਕਨਵਰਟ ਕਰ ਦੇਣਾ ਹੈਗਾ, ਫੈਰਸ ਆਕਸਾਈਡ FeO plus Cg2S। ਹੁਣ ਇਹ ਜਿਹੜਾ FeO ਬਣ ਗਿਆ, ਇਹ ਫਿਰ ਸਾਡਾ ਸਿਲਿਕਾ ਦੇ ਨਾਲ ਰਿਐਕਟ ਕਰਕੇ मतलब फिर साडा द्वारा फेरासिलिकेट बना देगा, दैट विल बी स्लैग। उसनू फिर असी उस होल दे थ्रू बाहर कढवांगे। Now this ferrous oxide will again react with the silicon dioxide and again slag is formed। इसनू फिर असी टैप होल दे नाल बाहर कढ लवांगे। ਹੁਣ ਇਸ ਮੈਲਟਿੰਗ ਦੇ ਨਾਲ ਸਾਡੇ ਕੋਲ ਦੋ ਸੈਪਰੇਟ ਲੇਅਰਸ ਬਣ ਜਾਣੀਆਂ ਬੇਟਾ ਫਰਨੇਸ ਦੀ ਬਾਟਮ ਦੇ ਉੱਤੇ। ਜਿਹੜੀ ਉੱਪਰ ਵਾਲੀ ਲੇਅਰ ਹੋਗੀ ਉਸ ਨੂੰ ਸਲੈਗ ਦੀ ਬਣੀ ਹੋਏਗੀ ਤੇ ਇਸ ਨੂੰ ਪੇਸਟ ਦੇ ਤੌਰ ਤੇ ਅਲੱਗ ਕਰ ਲਿਆ ਜਾਂਦਾ ਹੈ, ਤੇ ਜਿਹੜੀ ਥੱਲੇ ਵਾਲੀ ਲੇਅਰ ਹੁੰਦੀ ਹੈ ਉਹਦੇ ਵਿੱਚ ਕਿਊਪਰਸ ਸਲਫਾਈਡ ਤੇ ਹੁਣ ਥੋੜੀਆਂ ਟ੍ਰੇਸਿਸ ਫੈਰਸ ਸਲਫਾਈਡ ਦੀਆਂ ਰਹਿ ਜਾਣਗੀਆਂ, ਕਿਉਂਕਿ ਅਸੀਂ ਜ਼ਿਆਦਾਤਰ ਤਾਂ ਫੈਰਸ ਸਲਫਾਈਡ ਫੈਰਸਿਲਿਕੇਟ ਦੇ ਰੂਪ ਦੇ ਵਿੱਚ ਸਲੈਗ ਦੀ ਫਾਰਮ ਦੇ ਵਿੱਚ ਬਾਹਰ ਹੀ ਕੱਢ ਦਿੱਤਾ ਹੈ। ਹੁਣ ਥੋੜੀਆਂ ਜਿਹੀਆਂ ਟ੍ਰੇਸਿਸ ਰਹਿ ਜਾਣਗੀਆਂ ਇਹਦੀਆਂ, ਤੇ ਨਾਲ ਇਹਦੇ ਕਿਊਪਰਸ ਸਲਫਾਈਡ ਹੋਏਗਾ। ਤੇ ਇਸ ਮਿਕਸਚਰ ਨੂੰ ਅਸੀਂ ਕੀ ਬੋਲਾਂਗੇ, ਦੋਨਾਂ ਦੇ ਕੰਬੀਨੇਸ਼ਨ ਨੂੰ ਮੈਟੀ ਬੋਲਦੇ ਆ। ਇਹ ਇਸ ਨੂੰ ਅਸੀਂ ਫਿਰ ਟੈਪਿੰਗ ਹੋਲ ਦੀ ਮਦਦ ਨਾਲ ਦੂਸਰੇ ਪਾਸਿਓਂ ਅਸੀਂ ਬੋਟਮ ਦੇ ਵਿੱਚੋਂ ਬਾਹਰ ਕੱਢ ਲੈਂਦੇ ਆ। ਨੈਕਸਟ ਸਟੈਪ ਇਜ਼ ਬੈਸਮਰਾਈਜ਼ੇਸ਼ਨ। ਹੁਣ ਜਿਹੜਾ ਬੇਟਾ ਮੋਲਟਨ ਮੈਟੀ ਹੈ, ਜਿਹਦੇ ਵਿੱਚ ਅਸੀਂ ਬੋਲਿਆ ਸੀ ਕਾਪਰ ਸਲਫਾਈਡ ਐਂਡ ਫਿਊ ਟ੍ਰੇਸਿਸ ਆਫ ਆਇਰਨ ਸਲਫਾਈਡ, ਇਹਨਾਂ ਦੋਨਾਂ ਦਾ ਜਿਹੜਾ ਮਿਕਸਚਰ ਹੈਗਾ ਉਹਨੂੰ ਫਿਰ ਅਸੀਂ ਬਲਾਸਟ ਫਰਨੇਸ ਦੇ ਵਿੱਚੋਂ ट्रांसफर करांगे बेसमर कन्वर्टर दे विच। सो बेसमर कन्वर्टर जिहड़ा हैगा आ वो स्टील दा बनिया हुंदा है, ते उहदे विच जिहड़ियां उहदे अंदर जिहड़ी लाइंड कीता हुंदा है लाइन दे नाल या फिर मैग्नीशियम ऑक्साइड दे नाल उहदे विच लाइनिंग कीती हुंदी है। इहदे विच असीं फिर हॉट ब्लास्ट एयर जिहड़ी आ सैंड नाल मिक्स करके उहदे अंदर ब्लो करदे आ। किहदे विच ब्लो करांगे, मॉल्टन मैटी च, बिकॉज असीं मॉल्टन मैटी इहदे विच पोर कीती होई आ। ड्यूरिंग दिस प्रोसैस की होएगा कि जिहड़ी साडे कोल फ्यू ट्रेसिस ऑफ आयरन सल्फाइड रह गई बच गई, उहदी फिर असीं ऑक्सीडेशन करांगे, क्योंकि उहदे विच हॉट एयर जिहड़ी है इंट्रोड्यूस कीती हुई आ। उहदे नाल फिर जिहड़ा फेरस सल्फाइड आ FeO एंड सल्फर डाइऑक्साइड च कन्वर्ट हो जाएगा। अगेन FeO, फिर वही वाला रिएक्शन आ जाएगा साडा FeO प्लस सिलिकॉन डाइऑक्साइड विल गिव यू FeSiO3। FeS जिहड़ा हैगा अगेन ऑक्सीजन दे नाल रिएक्शन करके FeO प्लस सल्फर डाइऑक्साइड, बिकॉज साडे को फ्यू ट्रेसिस रह गई सी इहदियां, इन्हों भी असीं खत्म कर देना। फिर FeO जिहड़ा हैगा आ फिर साडा सिलिकॉन डाइऑक्साइड नाल मिल के फ्लक्स नाल मिल के आयरन सिलिकेट बनाएगा SiO3 विच इज़ कॉल्ड स्लैग। इस स्लैग नूं फिर असीं टैपिंग होल दे मतलब तो बाहर असीं नूं कढ देवांगे। सो इस तरह असी आयरन ऑक्साइड जिहड़ा हैगा कंप्लीटली आयरन सिलिकेट दे रूप बाहर कढ दिंदे आ। नाउ साडे कोल हुण कॉपर सल्फाइड जिहड़ा है उहनूं बच गया जिहड़ा हैगा उहनूं असी पार्शियली ऑक्सीडाइज करांगे, ठीक है, टू क्यूपरस ऑक्साइड, क्योंकि ऑक्सीजन नाल रिएक्ट करांगे तो नैचुरली वो क्यूपरस ऑक्साइड विच कन्वर्ट होएगा। उहनूं असी फिर फरदर रिएक्ट करवावांगे जिहड़ा रिमेनिंग कॉपर सल्फाइड नाल। साडे कोल कॉपर सल्फाइड भी बचिया आ अंदर। पहला Cug2S की फार्मूला Cg2S प्लस 3O2 will give you Cug2O plus sulfur dioxide। देखो क्यूपरस सल्फाइड जिहड़ा साडा बच गया सी ओहदी ऑक्सीडेशन कीती ते क्यूपरस ऑक्साइड विच कन्वर्ट हो गया। हुण जिहड़ा ये क्यूपरस ऑक्साइड आ ये फिर असीं अगले कॉपर सल्फाइड दे नाल इहदा रिएक्शन करवावांगे Cug2S plus Cug2O will give you copper plus sulfur dioxide। ਹੁਣ ध्यान नाल देखो बच्चे, इस स्टैप नूं असीं बोलते हैं ऑटो रिडक्शन। इहदे विच क्यूपरस सल्फाइड फिर दुबारा जिहड़ा क्यूपरस ऑक्साइड बनिया उहदे नाल मिल के इहदी रिडक्शन हो गई आ ते कॉपर जिहड़ा सानूं प्राप्त हो गया। इस तरह जिहड़ा प्राप्त होया कॉपर है ना, ये ब्लिस्टर फॉर्म च सानूं मिलेगा। ब्लिस्टर दा मतलब हुंदा आ कि उहदे विच कॉपर दे विचों कुछ गैसिस जिहड़ियां आ वो बाहर निकलदियां आ ते कॉपर दे विच कुछ ब्लिस्टर पै जांदे आ। इसकी शेप इस तरह की होएगी इस कॉपर की, तो ये उपर नूं उभरिया होया मतलब ये कुछ गैसिस जिहड़ियां बाहर निकलदियां जदों उस वेले इसकी शेप इस तरह की बन जाती है। जिवें सल्फर डाइऑक्साइड, नाइट्रोजन जां ऑक्सीजन कुछ गैसिस विचों बाहर आउणगियां,
इस तरह जिहड़ा बेटा प्राप्त होया कॉपर आ ना ये 99% प्योर मिलता सानू। तो इसका नाम कॉपर इसी करके पिया आ कि जो मैटल सॉलिडिफाई होएगी मतलब ठोस विच कन्वर्ट होएगी उस वेले उस जड़ियाँ कुछ डिजोल्वड गैसिज है ना SO2 सल्फर डाइऑक्साइड वगैरह वो इस जो स्केप कर जांदियां इस मैटल की सरफेस चो, इस करके ये ब्लिस्टर की फॉर्म दे विच आ जाता है। नैक्सट स्टैप इज रिफाइनिंग। हुण जिहड़ा बेटा सानू 99% प्योर कॉपर मिलिया ब्लिस्टर कॉपर की फॉर्म दे विच, ਉਹਨੂੰ अजे असीं होर प्योर करना है। ਉਹ ਹੋਰ ਪਿਓਰ ਕਰਨ ਦੇ ਵਾਸਤੇ ਉਸ 2 ਸਟੈਪਸ ਉਹਦੇ ਵਿੱਚ ਕਰਾਂਗੇ। ਇੱਕ ਪੋਲਿੰਗ ਹੁੰਦਾ ਆ। ਪੋਲਿੰਗ ਦੇ ਵਿੱਚ ਬੇਟਾ ਕਿ ਬਲਿਸਟਰ ਕਾਪਰ ਨੂੰ ਅਸੀਂ ਹੀਟ ਕਰਦੇ ਆ ਰੈਵਰਬਰੇਟਰੀ ਫਰਨੇਸ ਦੇ ਵਿੱਚ, ਸਟਰੋਂਗਲੀ ਹੀਟ ਕਰਦੇ ਆ ਐਕਸੈਸ ਏਅਰ ਦੀ ਪ੍ਰੈਜ਼ੈਂਸ ਦੇ ਵਿੱਚ, ਤੇ ਜਿਹੜੇ ਉਹਦੇ ਵੋਲੇਟਾਈਲ ਆਕਸਾਈਡਸ ਹੈਗੇ ਆ ਉਹ ਸਲੈਗ 'ਚ ਕਨਵਰਟਰ ਹੋ ਜਾਂਦੇ ਆ। ਅਸੀਂ ਸਲੈਗ ਬਾਰ-ਬਾਰ ਬਣਾਉਣੀ ਆ ਕਿਉਂਕਿ ਸਲੈਗ ਜਿਹੜਾ ਆਇਰਨ ਸਿਲੀਕੇਟ ਵਗੈਰਾ 'ਚੋਂ ਨਿਕਲ ਕੇ ਬਾਹਰ ਆ ਜਾਂਦਾ ਹੈ। दिस इज उस तो बाद जी कॉपर हैगी आ, कॉपर नूं फरदर असी रिड्यूस करना है। किद्दां करना है? मोल्टन मैटल जी ग्रीन पोल्स ऑफ वुड दे विच मिक्स करते हैं, स्टर करते हैं। उस तो बाद हुंदा की आ कि जिहड़े इस जिवें कि बैम्बू विच दिखाया गया है, एक ग्रीन लॉग हैगा वुड दा, इहदे विचले जिहड़े हाइड्रोकार्बनस हैगे आ वो की करते हैं कि मतलब ये ऑक्सीजन इसनूं कॉपर नूं रिड्यूस कर दिंदे आ, कॉपरस ऑक्साइड नूं कुछ ऑक्सीजन को बाहर कढ़ देंगे हैं। तो उस तो बाद जो इस तरह सानू कॉपर प्राप्त होएगा दैट विल बी 99.5% प्योर। तो इस तरह जी उस तो बाद इस तो नैक्सट स्टैप होंदा है प्योरीफिकेशन इज डन बाय इलैक्ट्रोलिटिक रिफाइनिंग। नाउ इन इलैक्ट्रोलिटिक रिफाइनिंग जिहड़ा क्रूड कॉपर आ बेटा असीं इहनूं हले भी क्रूड कहंदे आ क्योंकि अजे असीं सोचदे हजे भी इहदे च इनप्योरिटी है। इज फरदर प्योरीफाइड बाय इलैक्ट्रोलिटिक मैथड। ਅਸੀਂ ਇਲੈਕਟ੍ਰੋਲਿਟਿਕ ਮੈਥਡ ਨਾਲ ਇਸਨੂੰ ਪਿਓਰ ਕਰਦੇ ਹਾਂ। ਇਸ ਮੈਥਡ ਦੇ ਵਿੱਚ ਕੀ ਹੁੰਦਾ ਹੈ ਕਿ ਅਸੀਂ ਇੱਕ ਬੀਕਰ ਲੈਂਦੇ ਹਾਂ, ਬੀਕਰ ਦੇ ਵਿੱਚ ਕੰਟੇਨਰ ਲੈਂਦੇ ਹਾਂ, ਸਮਝ ਲਓ ਕੰਟੇਨਰ ਦੇ ਵਿੱਚ 2 ਇਲੈਕਟ੍ਰੋਡਸ ਹੁੰਦੇ ਆ, ਇੱਕ ਕੈਥੋਡ ਤੇ ਇੱਕ ਐਨੋਡ। ਤੇ ਉਹਦੇ ਵਿੱਚ ਜਿਹੜਾ ਐਨੋਡ ਹੁੰਦਾ ਆ ਦੈਟ ਇਜ਼ ਇੰਪਿਓਰ ਫੋਮ ਦੇ ਵਿੱਚ ਜਿਹੜਾ ਕਾਪਰ ਹੈਗਾ ਜਿਹਨੂੰ ਅਸੀਂ ਪਿਓਰ ਕਰਨਾ ਆ, ਇਹ ਐਨੋਡ ਆ, ਐਨੋਡ ਇਜ਼ ਇੰਪਿਓਰ ਫੋਮ, ਇਹਨੂੰ ਅਸੀਂ ਪਿਓਰ ਕਰਨਾ ਹੈਗਾ ਆ। ਤੇ ਜਿਹੜਾ ਕੈਥੋਡ ਹੈਗਾ ਆ ਇਹ ਪਿਓਰ ਜਿਹੜਾ ਹੈਗਾ ਕਾਪਰ ਹੈਗਾ ਉਹ ਅਸੀਂ ਲਗਾਇਆ ਹੈ ਇੱਥੇ, ਜਿਹੜਾ ਵਿੱਚ ਸੋਲਿਊਸ਼ਨ ਭਰਿਆ ਹੋਇਆ ਆ ਦੈਟ ਇਜ਼ ਐਸਿਡੀਫਾਈਡ ਕਾਪਰ ਸਲਫੇਟ ਸੋਲਿਊਸ਼ਨ। ਤੇ ਜਦੋਂ ਅਸੀਂ ਬੈਟਰੀ ਉੱਪਰ ਲਗਾ ਦਿੰਦੇ ਆ ਤੇ ਔਨ ਕਰ ਦਿੰਦੇ ਆ ਤੇ ਹੁੰਦਾ ਕੀ ਆ ਕਿ ਐਨੋਡ ਦੇ ਵਿੱਚੋਂ Cu2 ਪੋਜ਼ਿਟਿਵ ਆਇਨਸ ਜਿਹੜੇ ਹੈਗੇ ਆ ਉਹ ਸੋਲਿਊਸ਼ਨਸ ਦੇ ਵਿੱਚ ਜਾਣੇ ਸ਼ੁਰੂ ਹੋ ਜਾਂਦੇ ਆ। ਠੀਕ ਹੈ, ਹੁਣ ਸੋਲਿਊਸ਼ਨਸ ਦੇ ਵਿੱਚੋਂ ਫਿਰ Cu2 ਪੋਜ਼ਿਟਿਵ ਆਇਨਸ ਜਿਹੜੇ ਆ ਉਹ ਕੈਥੋਡ ਵੱਲ ਨੂੰ ਮੂਵ ਕਰਦੇ ਆ, ਉੱਥੇ ਇਲੈਕਟ੍ਰੋਨ ਗੇਨ ਕਰਕੇ ਉਹ ਕਾਪਰ ਦੇ ਵਿੱਚ ਕਨਵਰਟ ਹੋ ਜਾਂਦੇ ਆ ਤੇ ਉੱਥੇ ਜਾ ਕੇ ਡਿਪੋਜ਼ਿਟ ਹੋ ਜਾਂਦੇ ਆ। ਇਸ ਤਰ੍ਹਾਂ ਹੌਲੀ ਹੌਲੀ ਮਤਲਬ ਜੋ ਰਿਐਕਸ਼ਨ ਪ੍ਰੋਸੀਡ ਹੁੰਦਾ ਆ ਸਾਰੇ ਦਾ ਸਾਰਾ ਐਨੋਡ ਜਿਹੜਾ ਆ ਉਹਦੇ ਵਿੱਚੋਂ ਦੀ ਕਾਪਰ ਜਿਹੜਾ ਆ ਨਿਕਲ ਕੇ ਸਾਰਾ ਕੈਥੋਡ ਦੇ ਉੱਤੇ ਜਾ ਕੇ ਡਿਪੋਜ਼ਿਟ ਹੁੰਦਾ ਜਾਂਦਾ ਆ। ਤੇ ਜਿਹੜੀਆਂ ਇੰਪਿਓਰਿਟੀਜ਼ ਹੈਗੀਆਂ ਬੇਟਾ ਉਹ ਐਨੋਡ ਮਡ ਦੇ ਰੂਪ ਦੇ ਵਿੱਚ ਨੀਚੇ ਸੈਟਲ ਹੋ ਜਾਂਦੀਆਂ ਆ। ਹੁਣ ਜਿਹੜੀਆਂ ਮਤਲਬ ਇਹਦੇ ਵਿੱਚ 2 ਰਿਐਕਸ਼ਨਸ ਹੋਣਗੇ। पहला रिएक्शन एक एनोड के उत्ते क्योंकि एनोड ते हमेशा ऑक्सीडेशन होंदी है, ऑक्सीडेशन मीनस द लॉस ऑफ इलैक्ट्रॉन्स। जो कॉपर हैगा या कॉपर विल लूज द इलैक्ट्रॉन्स एंड विल कन्वर्ट इनटू Cu2 पॉजिटिव आयंस। हुण कैथोड के उत्ते की होएगा कि Cu2 पॉजिटिव आयंस विल गेन द 2 इलैक्ट्रॉन्स एंड विल कन्वर्ट इनटू कॉपर। कैथोड के उत्ते रिडक्शन हो गई, रिडक्शन मीनस गेन ऑफ इलैक्ट्रॉन्स। सो इन्हां 2 स्टैप्स दे विच इस तरह सानू जिहड़ा प्योर कॉपर आ सानू प्राप्त हो जाता है। ते मतलब नैक्सट द इंप्योरिटीज़ ऑफ जिंक, निकल, आयरन एटसैट्रा जिहड़ियां हैगियां आ वो थल्ले जिहड़ियां एनोड मड के रूप दे विच सानू प्राप्त हो जांदियां है। अच्छा, इस तो बाद एक अल्टरनेटिवली इहदा होर भी मैथड हैगा कि जेकर असीं कॉपर पायराइट जिहड़ा CuFeS2 हैगा आ ਉਹਨੂੰ एयर ਅਤੇ रेन ਦੀ ਪ੍ਰੈਜ਼ੈਂਸ ਦੇ ਵਿੱਚ मतलब ਪ੍ਰੋਲੋਂਗਡ ਐਕਸਪੋਜ਼ਰ ਕਰੀਏ ਇਹਨਾਂ ਦੇ ਨਾਲ ਤੇ ਫਿਰ ਇਹਦੇ ਨਾਲ ਸਾਨੂੰ मतलब ਇੱਕ ਡਾਇਲੂਟ ਸੋਲੂਸ਼ਨ ਕਾਪਰ ਸਲਫੇਟ ਦਾ ਪ੍ਰਾਪਤ ਹੋ ਜਾਂਦਾ ਆ। ਤੇ ਕਾਪਰ ਕੈਨ ਬੀ ਪ੍ਰੈਸਿਪਿਟੇਟਡ ਫਰੋਮ ਦਿਸ ਸੋਲੂਸ਼ਨ। ਤੇ ਕਾਪਰ ਨੂੰ ਇਸ ਸੋਲੂਸ਼ਨ 'ਚ ਅਸੀਂ ਕਿੱਦਾਂ ਪ੍ਰੈਸਿਪਿਟੇਟ ਕਰ ਸਕਦੇ ਹਾਂ? ਬਾਈ ਦ ਐਡੀਸ਼ਨ ਆਫ ਸਕ੍ਰੈਪ ਆਇਰਨ। ਕੁਝ ਸਕ੍ਰੈਪ ਆਫ ਆਇਰਨ ਵਿੱਚ ਐਡ ਕਰ ਦੇਣਾ ਹੈ। ਇਸ ਤਰ੍ਹਾਂ ਤੁਸੀਂ ਇਸ ਨੂੰ ਰਿਫਾਈਨ ਕਰ ਸਕਦੇ ਇਲੈਕਟ੍ਰੋਲਾਈਟਿਕਲੀ। ਨਾਓ ਥਰਮੋਡਾਇਨੈਮਿਕ ਕਨਸੈਪਟ ਆਫ ਰਿਡਕਸ਼ਨ। ਹੁਣ ਥਰਮੋਡਾਇਨੈਮਿਕ ਕਨਸੈਪਟ ਵਿੱਚ ਕੀ ਹੁੰਦਾ ਬੇਟਾ ਅਸੀਂ ਇਲਿੰਗਮ ਡਾਇਗਰਾਮ ਦੇ ਵਿੱਚ ਦੱਸਦੇ ਹਾਂ ਕਿ ਅਸੀਂ ਗ੍ਰਾਫ ਪਲਾਟ ਕੀਤਾ ਹੋਇਆ ਹੈ ਡੈਲਟਾ G ਵਰਸਿਸ T इज़ द टैंपरेचर एंड डेल्टा G दी वैल्यूज़ देखो इधरले पासे नीचे इधर देखोगे तो नैगेटिव वैल्यूज़ जिहड़ियां नीचे आ ते उपरले पासे जो जाते हैं तो नैगेटिविटी घटती जाती, नैगेटिव वैल्यूज़ घटदियां जांदियां ते इधरले पासे टैंपरेचर ड्रॉ किया होया
ਤੇ ਉੱਪਰਲੇ ਪਾਸੇ ਜਿਹੜੀ ਕਰਵ ਹੈਗੀ ਆ ਆਪਾਂ ਦੇਖੋ ਕਾਪਰ ਪਲੱਸ ਆਕਸੀਜਨ Cu2O ਇਹ ਜਿਹੜੀ ਕਰਵ ਹੈਗੀ ਆ ਇਹ ਸਾਰੇ ਆ ਮਤਲਬ ਕਾਰਬਨ ਨੀਚੇ ਜਿਹੜੀ ਕਰਵ ਹੈਗੀ ਆ ਦੇਖੋ ਕਾਰਬਨ ਪਲੱਸ ਆਕਸੀਜਨ ਕਾਰਬਨ ਮੋਨੋਆਕਸਾਈਡ ਜਿਹੜੀ ਆ ਵਾਲੀ ਕਰਵ ਹੈਗੀ ਆ C+O2 CO2 ਤੇ ਇਹ ਵਾਲੀ ਕਰਵ ਜਿਹੜੀ ਆ C+O2 gives CO2 ਇਹ ਤਿੰਨੋਂ ਜਿਹੜੀਆਂ ਕਾਰਬਨ ਦੀਆਂ ਕਰਵਸ ਆ CCO2 ਕਰਵ CCO ਕਰਵ ਦੇ ਤੋਂ ਉੱਤੇ ਲਾਈ ਕਰਦੀ ਆ ਕਾਪਰ ਆਕਸਾਈਡ ਕਰਵ ਜਿਹੜੀ ਆ ਇਹਨਾਂ ਤਿੰਨਾਂ ਕਰਵਸ ਤੋਂ ਉੱਪਰ ਲਾਈ ਕਰ ਰਹੀ ਆ ਸੋ ਇਤੋਂ ਇਹ ਗੱਲ ਕਲੀਅਰ ਆ ਕਿ ਕਾਰਬਨ ਦੇ ਨਾਲ ਅਸੀਂ ਕਾਪਰ ਨੂੰ ਈਜ਼ੀਲੀ ਰਿਡਿਊਸ ਕਰ ਸਕਦੇ ਹਾਂ ਕਿਉਂਕਿ ਇਹ ਤਿੰਨੋਂ ਕਰਵਸ ਜਿਹੜੀਆਂ ਆ ਕਾਪਰ ਆਕਸਾਈਡ ਕਰਵ ਤੋਂ ਉੱਪਰ ਥੱਲੇ ਲਾਈ ਕਰ ਰਹੀਆਂ ਇਟ ਮੀਨਸ ਕਾਪਰ ਕੈਨ ਬੀ ਈਜ਼ੀਲੀ ਰਿਡਿਊਸਡ ਵਿਦ ਕਾਰਬਨ ਤੇ ਅਗਲੀ ਗੱਲ ਇਹ ਆ ਕਿ ਜੇਕਰ ਅਸੀਂ 500 ਤੋਂ 600 ਕੈਲਵਿਨ ਟੈਂਪਰੇਚਰ ਦੇਖੀਏ ਤਾਂ ਇਹ ਤੋਂ ਉੱਪਰ ਜਿੰਨੇ ਵੀ ਕਾਪਰ ਦੇ ਓਰਸ ਆ ਕਿਊਪਰਸ ਸਲਫਾਈਡ ਦੀ ਫਾਰਮ 'ਚ ਸਾਨੂੰ ਮਿਲਦੇ ਆ ਤੇ ਜਿਹੜੀ ਕਿਊਪਰਸ ਸਲਫਾਈਡ ਆ ਨਾ ਬੇਟਾ ਇਹਨੂੰ ਪਹਿਲਾਂ ਤੁਹਾਨੂੰ ਕਨਵਰਟ ਕਰਨਾ ਪਊਗਾ ਇਹਦੀ ਆਕਸੀਡੇਸ਼ਨ ਕਰਨੀ ਪਊਗੀ ਤੇ ਉਹ ਕਿਊਪਰਸ ਆਕਸਾਈਡ ਦੇ ਵਿੱਚ ਕਨਵਰਟ ਹੋ ਜਾਣਗੇ ਫਿਰ ਕਿਊਪਰਸ ਆਕਸਾਈਡ ਤੋਂ ਫਿਰ ਅਸੀਂ ਉਹਦੀ ਰਿਡਕਸ਼ਨ ਦੇ ਨਾਲ that will be reduced with carbon according to thermodynamic concept of reduction ਉਹਨੂੰ ਕਾਰਬਨ ਦੇ ਨਾਲ easily reduce ਹੋ ਜਾਊਗੀ and will convert into copper Cu2s plus oxygen will give you Cu2O plus sulfur dioxide ਅਸੀਂ ਇਹ ਰਿਐਕਸ਼ਨ ਕਿਉਂ ਲਿਖਿਆ ਕਿਉਂਕਿ 500 ਤੋਂ 600 ਕੈਲਵਿਨ ਤੋਂ ਉੱਪਰ ਟੈਂਪਰੇਚਰ ਤੇ ਕਾਪਰ ਜਿਹੜਾ ਆ ਕਾਪਰ ਸਲਫਾਈਡ ਦੇ ਰੂਪ ਦੇ ਵਿੱਚ ਹੀ ਸਾਨੂੰ ਮਿਲਦਾ ਆ ਸੋ ਪਹਿਲਾਂ ਇਹਦੀ ਅਸੀਂ ਆਕਸੀਡੇਸ਼ਨ ਕਰਾਂਗੇ ਜਿਹੜਾ ਵੀ ਕਾਪਰ ਆਕਸਾਈਡ ਕਿਊਪਰਸ ਆਕਸਾਈਡ 'ਚ ਕਨਵਰਟ ਹੋ ਜਾਊਗਾ ਦੈਨ ਕਿਊਪਰਸ ਆਕਸਾਈਡ ਦੀ ਅਸੀਂ ਕਾਰਬਨ ਦੇ ਨਾਲ ਰਿਐਕਸ਼ਨ ਕਰਾਂਗੇ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਸਾਨੂੰ ਪ੍ਰਾਪਤ ਹੋ ਜਾਏਗਾ ਉਹਦੀ ਰਿਡਕਸ਼ਨ ਤੋਂ ਬਾਅਦ ਸਾਨੂੰ ਉਹ ਕਾਰਬਨ ਦੇ ਰੂਪ 'ਚ ਪ੍ਰਾਪਤ ਹੋ ਜਾਏਗਾ Cu2O plus carbon gives copper plus carbon monoxide ਇਸ ਤਰ੍ਹਾਂ ਅਸੀਂ ਕਿਊਪਰਸ ਆਕਸਾਈਡ ਨੂੰ ਈਜ਼ੀਲੀ ਕਾਰਬਨ ਦੇ ਨਾਲ ਅਸੀਂ ਰਿਡਿਊਸ ਕਰ ਸਕਦੇ ਸੋ ਬੱਚੋ ਇਹ ਤਾਂ ਸੀ ਸਾਡਾ ਕਨਸੈਪਟ ਅਕਰੈਂਸ ਐਂਡ ਐਕਸਟ੍ਰੈਕਸ਼ਨ ਆਫ ਕਾਪਰ ਸੋ ਮੈਂ ਹੋਪ ਕਰਦੀ ਹਾਂ ਕਿ ਤੁਹਾਨੂੰ ਇਹ ਪਸੰਦ ਆਇਆ ਹੋਵੇਗਾ ਸੋ ਥੈਂਕ ਯੂ ਹੈਲੋ ਸਟੂਡੈਂਟਸ ਦਿਸ ਇਜ਼ ਆਵਰ ਸੈਕਿੰਡ ਪਾਰਟ ਲੈਕਚਰ ਦਾ ਸਾਡਾ ਦੂਸਰਾ ਪਾਰਟ ਹੈ ਜਿਹਦੇ ਵਿੱਚ ਮੈਂ ਤੁਹਾਨੂੰ ਇੱਕ ਅਸਾਈਨਮੈਂਟ ਦੇਣ ਜਾ ਰਹੀ ਹਾਂ ਜਿਹੜੀ ਕਿ ਇਸ ਟੌਪਿਕ ਦੇ ਨਾਲ ਰਿਲੇਟਡ ਹੈ ਇਹਦੇ ਵਿੱਚ ਕੁਝ ਕੁਐਸਚਨਸ ਨੇ ਜਿਨ੍ਹਾਂ ਦਾ ਆਨਸਰ ਤੁਸੀਂ ਪਲੀਜ਼ ਲਿਖੋ what is the composition of copper mating this is the question 1 what is the composition of copper mating question number 2 what type of ores are roasted question number 3 name the common elements present in the anode mud in electrolytic refining of copper why are they so present question number 5 why copper mating is put in silica lined converter question number 6 what is flux what is the role of flux in metallurgy of copper question number 7 in the metallurgy of copper partial roasting of sulfide ore is done why now there are some MCQ questions multiple choice questions ਕਿਉਂਕਿ ਤੁਹਾਡੇ ਨਿਊ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਦੇ ਨਾਲ ਇਹ ਵੀ ਤੁਹਾਡੇ ਐਗਜ਼ਾਮ ਦੇ ਵਿੱਚ ਆਉਣਗੇ ਤੁਸੀਂ ਜੋ ਕਰੈਕਟ ਆਨਸਰ ਸਿਲੈਕਟ ਕਰਨਾ ਹੈ ਤੁਸੀਂ ਬੇਟੇ ਆਪਣੇ ਆਪ ਹੀ ਕਰੋ ਕੁਐਸਚਨ ਨੰਬਰ 1 ਡਿਊਰਿੰਗ ਸਮੈਲਟਿੰਗ an additional substance is added which combines with impurities to form a fusible product which is known as A. mud B. slag C. flux D. gang now the question number 2 the method for purification of impure metals which is based upon the phenomena of electrolysis is called A. electrorefining B. hydrometallurgy C. pooling D. liquefaction question number 3 the anode mud
obtained during electro refining of copper contains A. Silver, B. Iron, C. Gold, D. Zinc. Now, the question number 4 is copper pyrites are concentrated by A. Electromagnetic method, B. Froth flotation process, C. Gravity method, D. All the above. Question number 5. In electro refining, the pure impure metal is made A. Anode, B. Cathode, C. Anode or cathode, D. Electrolyte. Question number 6. A substance which reacts with gangue to form material is called A. Flux, B. Slag, C. Ore, D. Catalyst. Question number 7. The purpose of smelting an ore is to A. Oxidize it, B. Reduce it, C. Obtain an alloy, D. Separate volatile impurities. ਸੋ ਦ ਸਟੂਡੈਂਟਸ ਇਹ ਜਿਹੜੇ ਮੈਂ ਤੁਹਾਨੂੰ ਕੁਐਸਚਨਸ ਲਿਖਵਾਏ ਨੇ ਇਹ ਬੇਟਾ ਪੂਰੇ ਜਨਰਲ ਚੈਪਟਰ ਦੇ ਵਿੱਚੋਂ ਵੀ ਨੇ ਤੇ ਕੁਝ ਕੁਐਸਚਨਸ ਜਿਹੜੇ ਉਹ ਕਾਪਰ ਤੇ ਵੀ ਆਧਾਰਿਤ ਨੇ ਤੋ ਕਾਪਰ ਦੀ ਐਕਸਟ੍ਰੈਕਸ਼ਨ ਤੇ ਆਧਾਰਿਤ ਆ ਤੋ ਤੁਸੀਂ ਇਹ ਕੁਐਸਚਨ ਜਿਹੜੇ ਸੋਲਵ ਕਰਨ ਦੀ ਕੋਸ਼ਿਸ਼ ਕਰੋ ਇਹ ਬੜਾ ਇੰਪੋਰਟੈਂਟ ਟੌਪਿਕ ਹੈ ਇਹ ਐਗਜ਼ਾਮ ਦੇ ਵਿੱਚ ਆ ਸਕਦਾ ਹੈ ਤਾਂ ਮੈਂ ਅਗੇਨ ਆਪਣੇ ਬਾਰੇ ਦੱਸਣ ਜਾ ਰਹੀ ਹਾਂ ਕਿ ਆਈ ਐਮ ਫਰੋਮ ਗਵਰਨਮੈਂਟ ਗਰਲ ਸੀਨੀਅਰ ਸੈਕੰਡਰੀ ਸਕੂਲ ਫਤਿਹਗੜ੍ਹ ਚੂੜੀਆਂ ਸੰਦੀਪ ਕੌਰ ਤੇ ਮੈਂ ਇਹ ਲੈਕਚਰ ਡੀਐਮ ਸ਼੍ਰੀ ਰਾਕੇਸ਼ ਸੈਣੀ ਦੀ ਸੁਪਰਵਿਜ਼ਨ ਦੇ ਅੰਡਰ ਇਹ ਲੈਕਚਰ ਜਿਹੜਾ ਤੁਹਾਨੂੰ ਦੇ ਰਹੀ ਹਾਂ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ ਤੇ ਮੈਂ ਇਹ ਆਸ਼ਾ ਕਰਦੀ ਹਾਂ ਕਿ ਤੁਸੀਂ ਇਸ ਲੈਕਚਰ ਨੂੰ ਪਸੰਦ ਕੀਤਾ ਹੋਵੇਗਾ ਤੇ ਤੁਹਾਨੂੰ ਇਸ ਤੋਂ ਬਹੁਤ ਫਾਇਦਾ ਮਿਲਿਆ ਹੋਵੇਗਾ ਸੋ ਬੱਚੋ ਇਹ ਸਭ ਲੈਕਚਰ ਦੇ ਕੇ ਹੁਣ ਮੈਂ ਤੁਹਾਡੇ ਤੋਂ ਸਮਾਪਤੀ ਦੀ ਆਗਿਆ ਚਾਹੁੰਦੀ ਹਾਂ ਸੋ all the best students, thanks.